हम न सकत प्रभ सिर तुम्हारी, आप लियो तुम कथा सुधारे। सतनाम श्री वाहिगुरु साहिब जी। हर जेठ जुड़ंदा लोड़ी है, जिस अगे सब निवन। हर सज्जन दामन लग्या, किसै न देई बन। माणक मोती नाम प्रभ, उन लगे नाई सन। रंग सबे नारायण, जेते मन भावन। जो हर करे, सोई जी करन। जो प्रभ कीते अपने, सेई कहिए धन। आपन लिया जे मिलै, विछड़ क्यों रवन। साधु संग प्राप्ते, नानक रंग मनन धन। साधु संग प्राप्ते, नानक रंग मनन। हर जेठ रंगीला तिस धनी, जिसकै भाग मथन। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर शतर तखत मालक। सहबे कमाल हाजरा हजूर, जारा जहूर। सर्व कला भरपूर शब्द गुरु। गुरु गरीब नवाज, धन धन श्री गुरु ग्रंथ साहिब महाराज जी की पावन हजूरी दे अंदर हाजरियां भर रहे गुरु प्यार वाले सत्संगी जनों, गुरु पातशाह जी ने बख्शिश की है। सत संगत का अमोलक समा बख्शिश किया है। ऐसा समा कबीर एक घड़ी आदि घड़ी, आदि हूते आद। भगतन सेती गोष्ठे, जो कीने सो लाभ। सत संगत आदि घड़ी, भजन न बरस 50। जथा मेघ आदि घड़ी, कुआ 12 मास। जिवें ਆਪਾਂ ਵੇਖਦੇ ਹਾਂ ਹੁਣ ਗਰਮੀ ਦਾ ਸਮਾਂ ਹੈ ਬਹੁਤ। ਇਹ ਜਿਹੜੀ ਗ੍ਰੀਖਮ ਰੁੱਤ ਸ਼ੁਰੂ ਹੋ ਗਈ ਹੈ। 6 ਰੁੱਤਾਂ ਹਨ। 6 ਰੁੱਤਾਂ ਵਿੱਚੋਂ ਇਹ ਜਿਹੜੀ ਗ੍ਰੀਖਮ ਰੁੱਤ ਗਰਮੀ ਦੀ, ਅੱਤ ਦੀ ਗਰਮੀ ਦੀ ਰੁੱਤ ਹੈ। ਜੇਠ ਹਾੜ ਦਾ ਇਹਦਾ ਸਮਾਂ 2 ਮਹੀਨਿਆਂ ਦਾ। ਇਸ ਰੁੱਤ ਦੇ ਵਿੱਚ ਪਾਣੀ ਦੀ ਬੜੀ ਲੋੜ ਪੈਂਦੀ ਹੈ। ਤੇ ਹੁਣ ਵੇਖੋ ਭਾਵੇਂ ਸਾਰੇ ਸਮਰਸੀਬਲ ਟਿਊਬਵੈੱਲ ਚਲਾ ਦਿੱਤੇ ਜਾਣ, ਫਿਰ ਵੀ ਧਰਤੀ ਦੀ ਤਪਸ਼ ਨਹੀਂ ਮਿਟਦੀ, गर्मी नहीं मिटती। इन्नी ज़्यादा गर्मी है। पर किते अद्धी घड़ी 12 साढ़े 12 मिनट मीह पै जावे, सारी धरती दे जल थल हो जाती है। इस तरह सतपुरुष कहते ने, कोई मनुख पुट्ठा लटक जावे, धूणे तपा लवे, इस तरह की साधना करे, उदों नालों किते अद्धा घड़ी सत संगत करे, उहदा महात्म ज़्यादा है। सत संगत आदि घड़ी, भजन ना बरस 50। भावें कोई 50 साल लगा रहे, पर कोई पुट्ठा लटके साधना की उस तरह की, कोई किसी ने धूणे तपा, किसी ने जल विच खड़न की साधना कर ली,
ਇੰਨੀ ਵੱਡੀ ਸਾਧਨਾ ਕਰਕੇ ਵੀ ਜਿਹੜਾ ਅੱਧੀ ਘੜੀ ਦਾ ਸਤ ਸੰਗਤ ਕਰਦਾ ਹੈ, ਨਾਮ ਜਪਦਾ ਹੈ, ਉਹ ਅੱਗੇ ਹੈ। ਭਾਵ ਇੰਨਾ ਵੱਡਾ ਸਤ ਸੰਗਤ ਦਾ ਮਹਾਤਮ ਹੈ। ਐਸਾ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਅੱਜ ਜੇਠ ਦੇ ਮਹੀਨੇ ਦਾ ਆਗਾਜ਼ ਹੋਇਆ ਹੈ ਔਰ ਨਾਲ ਹੀ ਗ੍ਰੀਖਮ ਰੁੱਤ, ਜਿਹੜੀ ਗਰਮੀ ਦੀ ਰੁੱਤ ਹੈ, ਅੱਤ ਦੀ ਗਰਮੀ, ਇਹ ਵੀ ਆਰੰਭ ਹੋਈ ਹੈ। ਦੋ ਰੁੱਤਾਂ ਦਾ ਸਾਡੇ ਜੀਵਨ 'ਤੇ ਬਹੁਤ ਵੱਡਾ ਅਸਰ ਹੁੰਦਾ, ਇੱਕ ਗਰਮੀ ਦਾ ਤੇ ਇੱਕ ਸਰਦ ਰੁੱਤ ਦਾ। ਸਰਦ ਰੁੱਤ ਪੋਹ ਮਾਘ ਦੇ ਮਹੀਨੇ ਜਿਹੜੇ ਨੇ, ਤੇ ਗਰਮੀ ਦੀ ਰੁੱਤ ਜੇਠ ਹਾੜ ਦੇ ਮਹੀਨੇ। ਇਹ 2 ਮਹੀਨੇ ਅੱਤ ਦੀ ਗਰਮੀ ਹੈ, ਪੋਹ ਮਾਘ ਦੇ ਵਿੱਚ ਅੱਤ ਦੀ ਸਰਦੀ ਪੈਂਦੀ ਹੈ। ਇਹ 2 ਚੀਜ਼ਾਂ ਬੜੀਆਂ ਸਾਡੇ ਜੀਵਨ ਨੂੰ ਵਾ ਸਾਰੀ ਸ੍ਰਿਸ਼ਟੀ ਨੂੰ ਪ੍ਰਭਾਵਿਤ ਕਰਦੀਆਂ ਨੇ। ਪੋਹ ਦੇ ਮਾਘ ਦੇ ਮਹੀਨੇ ਦੇ ਵਿੱਚ ਮਹਾਰਾਜ ਕਹਿੰਦੇ ਜਿਵੇਂ ਕੱਕਰ ਵਿਆਪਦਾ ਹੈ, ਉਹ ਕੱਕਰ ਫਸਲਾਂ ਨਹੀਂ ਹੋਣ ਦਿੰਦਾ, ਸਬਜ਼ੀਆਂ ਨੂੰ ਖਾਸ ਕਰਕੇ ਮਾਰ ਕਰਦਾ ਜਦੋਂ ਕੋਹਰਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜਾ ਵਿਸ਼ੇ ਵਿਕਾਰਾਂ ਦਾ ਕੋਹਰਾ ਹੈ, ਉਹ ਸਾਡੀ ਆਤਮਾ ਨੂੰ ਅੱਗੇ ਵਧਣ ਤੋਂ ਰੋਕਦਾ ਹੈ, ਅਧਿਆਤਮਕ ਮਾਰਗ ਦੇ ਵਿੱਚ ਅੱਗੇ ਨਹੀਂ ਵਧਣ ਦਿੰਦਾ। ਜਿਹੜਾ ਜੇਠ ਹਾੜ ਦਾ ਮਹੀਨਾ, ਅੱਤ ਦੀ ਗਰਮੀ ਪੈਂਦੀ ਹੈ। ਗਰਮੀ ਦਾ ਭਾਵ ਹੈ ਤ੍ਰਿਸ਼ਨਾ। ਜੇ ਮਨੁੱਖ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ, ਉਹ ਵੀ ਮਨੁੱਖ ਅੱਗੇ ਨਹੀਂ ਵੱਧਦਾ। ਤੇ ਜਿਹੜਾ ਤ੍ਰਿਸ਼ਨਾ ਦੇ ਵਿੱਚ ਗ੍ਰਸਿਆ ਹੋਇਆ, ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ, ਸਤਿਗੁਰ ਸੀਤਲ ਜੇ ਮਿਲੈ ਜਲੈ ਨਾ ਦੂਜੀ ਵਾਰ। ਜਿੰਨੀ ਮਨੁੱਖ ਦੀ ਤ੍ਰਿਸ਼ਨਾ ਵੱਧਦੀ ਹੈ, ਓਨਾ ਹੀ ਉਹ ਤਪਦਾ ਹੈ, ਓਨਾ ਹੀ ਉਹ ਅਸ਼ਾਂਤ ਹੋ ਜਾਂਦਾ ਹੈ, ਓਨਾ ਹੀ ਜ਼ਿਆਦਾ ਉਹ ਵਿਆਕਲ ਹੋ ਜਾਂਦਾ ਜਿੰਨੀ ਤ੍ਰਿਸ਼ਨਾ ਵੱਧਦੀ ਹੈ। ਸਤਿਗੁਰੂ ਪਾਤਸ਼ਾਹ ਸਾਨੂੰ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਰੀਆਂ ਸ਼ਕਤੀਆਂ, ਸਾਰਾ ਕੁਝ ਉਸ ਵਾਹਿਗੁਰੂ ਦੇ ਅਧੀਨ ਹੈ। ਇਹ ਜੇਠ ਦਾ ਮਹੀਨਾ ਵੀ ਤੇਰੇ ਵਾਸਤੇ ਰੰਗਲਾ ਬਣ ਸਕਦਾ ਹੈ ਜੇਕਰ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਵੇਂ। ਭਾਵ ਇਹ ਤ੍ਰਿਸ਼ਨਾ ਦੀ ਅੱਗ ਤੈਨੂੰ ਸਾੜ ਨਹੀਂ ਸਕੇਗੀ ਜੇ ਤੂੰ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਵੇਂ। ਜਿਹੜੀ ਤ੍ਰਿਸ਼ਨਾ ਨੇ ਸਾਰੇ ਪਾਸੇ ਆਪਣਾ ਜਾਲ ਫਸਾਰਿਆ ਹੈ, ਪਸ਼ੂ ਪੰਛੀ ਉਹਨਾਂ ਦੇ ਅੰਦਰ ਵੀ ਹੈ ਔਰ ਮਨੁੱਖ ਦੇ ਅੰਦਰ ਵੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇਕਰ ਤ੍ਰਿਸ਼ਨਾ ਦੀ ਅੱਗ ਤੋਂ ਬਚਣਾ ਹੈ ਤਾਂ ਵਾਹਿਗੁਰੂ ਦੇ ਨਾਮ ਨਾਲ ਜੁੜ, ਪਰਮਾਤਮਾ ਦੇ ਨਾਮ ਨਾਲ ਜੁੜ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨਾਲ ਸਾਂਝ ਪਾਈਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜਦੋਂ ਮਨੁੱਖ ਨੂੰ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ ਤੇ ਚਾਹੁੰਦਾ ਮੈਨੂੰ ਆਤਮਿਕ ਸ਼ਾਂਤੀ ਮਿਲੇ, ਵਾ ਜਿਵੇਂ ਪ੍ਰਤੱਖ ਗਰਮੀ ਪੈਂਦੀ ਹੈ ਤੇ ਹਰ ਇੱਕ ਜੀਵ ਚਾਹੁੰਦਾ ਮੈਂ ਗਰਮੀ ਤੋਂ ਬਚਾਂ। ਦੌੜਦੇ ਹਨ ਆਪਾਂ ਛਾਂ ਵਾਲੇ ਪਾਸੇ, ਠੰਡੇ ਪਾਸੇ। ਆਪਾਂ ਹੀ ਨਹੀਂ, ਪਸ਼ੂ ਪੰਛੀ ਜਾਨਵਰ ਵੀ, ਉਹ ਵੀ ਚਾਹੁੰਦੇ ਨੇ ਠੰਡੀ ਥਾਂ 'ਤੇ ਬੈਠੀਏ, ਠੰਡੀ ਛਾਵੇਂ ਬੈਠੀਏ, ਇਸ ਤਪਸ਼ ਤੋਂ, ਇਸ ਅੱਗ ਤੋਂ ਬਚ ਜਾਈਏ। ਮਹਾਰਾਜ ਕਹਿੰਦੇ ਜੇ ਤ੍ਰਿਸ਼ਨਾ ਦੀ ਅੱਗ ਤੋਂ ਬਚਣਾ ਹੈ
विषय विकारां तो बचना है ਤਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ। ਕਿਉਂਕਿ ਆਪਾਂ ਵੇਖਦੇ ਹਾਂ ਮਨੁੱਖ ਵਕਤੀ ਤੌਰ 'ਤੇ ਜਿਵੇਂ ਗਰਮੀ ਤੋਂ ਬਚਣਾ ਹੋਵੇ ਨਾ, ਕੋਈ ਉੱਪਰ ਕੱਪੜਾ ਤਾਣ ਲਵੇ ਜਾਂ ਕੋਈ ਹੋਰ ਸਾਧਨ ਬਣਾ ਲਵੇ, ਕਿਸੇ ਦਰਖਤ ਦੀ ਛਾਂ ਹੇਠਾਂ ਵੀ ਬੈਠੀਏ, ਉੱਥੇ ਵੀ ਆਪਾਂ ਪੱਕਾ ਆਪਣਾ ਡੇਰਾ ਨਹੀਂ ਲਾ ਸਕਦੇ, ਕਿਉਂਕਿ ਘਰ ਦੇ ਵੀ ਕੰਮ ਨੇ, ਕਾਰੋਬਾਰ ਕਈ ਤਰ੍ਹਾਂ ਦੇ ਨੇ। ਇਸੇ ਕਰਕੇ ਮਨੁੱਖ ਨੇ ਆਦਿ ਕਾਲ ਤੋਂ ਵੇਖੋ ਇਸ ਤਰ੍ਹਾਂ ਦੇ ਮਹਿਲ ਮਨਾਰੇ ਬਣਾਏ ਜਿਨ੍ਹਾਂ ਵਿੱਚ ਗਰਮੀ ਨਹੀਂ ਸੀ ਲੱਗਦੀ। ਅੱਜ ਤਾਂ ਚਲੋ ਏਸੀ ਆ ਗਏ ਹਨ, ਪੁਰਾਣੇ ਸਮਿਆਂ ਵਿੱਚ ਇਸ ਤਰੀਕੇ ਨਾਲ ਘਰ ਬਣਾਏ ਹੁੰਦੇ ਸੀ, ਸਰਦੀ ਵਿੱਚ ਸਰਦੀ ਨਹੀਂ ਸੀ ਲੱਗਦੀ ਔਰ ਗਰਮੀ ਦੇ ਵਿੱਚ ਗਰਮੀ ਨਹੀਂ ਸੀ ਲੱਗਦੀ। ਐਸੀ ਤਕਨੀਕ ਨਾਲ ਬਣਾਉਂਦੇ ਸੀ। ਪੱਕਾ ਵਸੇਬਾ ਕਿ ਜਿੱਥੇ ਗਰਮੀ ਤੋਂ ਵੀ ਬਚਿਆ ਜਾਵੇ, ਮੀਂਹ ਹਨੇਰੀ ਤੋਂ ਵੀ ਬਚਿਆ ਜਾਵੇ, ਸਰਦੀ ਤੋਂ ਵੀ ਬਚਿਆ ਜਾਵੇ। ਇਸੇ ਤਰ੍ਹਾਂ ਵਕਤੀ ਤੌਰ 'ਤੇ ਮਨੁੱਖ ਕੋਈ ਤੀਰਥਾਂ ਦੀ ਯਾਤਰਾ ਕਰਨ ਚਲਾ ਜਾਂਦਾ, ਮਨ ਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲਦੀ, ਕੋਈ ਤੀਰਥਾਂ 'ਤੇ ਚਲਾ ਗਿਆ, ਕੋਈ ਦਾਨ ਪੁੰਨ ਕਰ ਲਿਆ, ਪਰ ਇਹ ਪੱਕਾ ਵਸੇਬਾ ਨਹੀਂ ਹੈ। ਪੱਕੀ ਤੌਰ 'ਤੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਜਿੰਨਾ ਕੁ ਸਮਾਂ ਗਿਆ ਓਨਾ ਕੁ ਸਮਾਂ ਮਨ ਕੋਈ ਸ਼ਾਂਤ ਰਿਹਾ, ਉਸ ਪਾਸੇ ਲੱਗਾ ਰਿਹਾ, ਮੁੜ ਕੇ ਫਿਰ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਲੱਗ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਪੱਕਾ ਵਸੇਬਾ ਬਣਾ, ਵਾਹਿਗੁਰੂ ਦੇ ਨਾਮ ਨਾਲ ਜੁੜ, ਉਸ ਹਸਤੀ ਨਾਲ ਜੁੜ ਜਿਹਦੇ ਅੱਗੇ ਸਾਰੇ ਝੁਕਦੇ ਨੇ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਦੂਸਰਾ ਇਹ ਵੀ ਹੈ ਕਿ ਮਨੁੱਖ ਆਤਮਿਕ ਸਕੂਨ ਵਾਸਤੇ, ਆਤਮਾ ਦੀ ਤ੍ਰਿਪਤੀ ਵਾਸਤੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਲੱਗ ਜਾਂਦਾ ਹੈ, ਕਿਸੇ ਮੜੀ ਮੱਟੀ ਦੀ ਕਬਰ ਦੀ ਪੂਜਾ ਕਰਨ ਲੱਗ ਜਾਂਦਾ ਹੈ। ਪਾਤਸ਼ਾਹ ਕਹਿੰਦੇ ਭਾਈ ਨਾ, ਤੂੰ ਜੁੜ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜਿਹਦੇ ਅੱਗੇ ਸਾਰੇ ਝੁਕਦੇ ਨੇ। ਆਸਾ ਕੀ ਵਾਰ ਦਾ ਹੁਣੇ ਕੀਰਤਨ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੱਡੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਦੀ ਲੋਕ ਪੂਜਾ ਕਰਦੇ ਨੇ ਉਹ ਵੀ ਰੱਬ ਦੇ ਅੱਗੇ ਝੁਕੀਆਂ ਨੇ, ਤੂੰ ਉਹਨਾਂ ਦੀ ਪੂਜਾ ਕਿਉਂ ਕਰਦਾ ਹੈ? ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਜਿਹਦੇ ਹੁਕਮ ਵਿੱਚ ਉਹ ਤਾਕਤਾਂ ਚੱਲ ਰਹੀਆਂ ਹਨ। ਪਵਨ ਦੇਵਤੇ ਦੀ ਵੀ ਪੂਜਾ ਹੁੰਦੀ ਹੈ, ਸੂਰਜ ਦੀ ਹੁੰਦੀ ਹੈ, ਜਲ ਦੇਵਤੇ ਦੀ ਪੂਜਾ ਹੁੰਦੀ ਹੈ, ਧਰਤੀ ਦੀ ਵੀ ਪੂਜਾ ਹੁੰਦੀ ਹੈ, ਚੰਦਰਮਾ ਦੀ ਵੀ ਪੂਜਾ ਹੁੰਦੀ ਹੈ, ਅਗਨ ਦੇਵਤੇ ਦੀ ਵੀ ਪੂਜਾ ਕਰਦੇ ਨੇ ਬ੍ਰਾਹਮਣ ਲੋਕ, ਇਹ ਸਾਰਿਆਂ ਦੀ ਪੂਜਾ ਕਰਦੇ ਨੇ। ਮਹਾਰਾਜ ਕਹਿੰਦੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਭੈ ਵਿੱਚ ਮਹਾਰਾਜ ਕਹਿੰਦੇ ਉਹਦੇ ਵਾਹਿਗੁਰੂ ਦੇ ਭੈ ਵਿੱਚ ਵੇਖੋ ਸਾਰੀਆਂ ਤਾਕਤਾਂ ਨੇ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕਉ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਐਸਾ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹਦੇ ਨਾਮ ਨਾਲ ਜੁੜਨਾ ਕਰ, ਜਿਹਦੇ ਅੱਗੇ ਸਾਰੇ ਝੁਕਦੇ ਨੇ। ਵੱਡੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਨੂੰ ਦੁਨੀਆ ਪੂਜਦੀ ਹੈ, ਆਪਾਂ ਰਹਿਰਾਸ ਸਾਹਿਬ ਜੀ ਦਾ ਪਾਠ ਕਰੀਏ, ਜਪਜੀ ਸਾਹਿਬ ਦਾ ਪਾਠ ਕਰੀਏ, ਉੱਥੇ ਮਹਾਰਾਜ ਬਚਨ ਕਰਦੇ ਨੇ, ਹੇ ਵਾਹਿਗੁਰੂ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋਂ ਪਵਨ ਪਾਣੀ ਵੈ ਸੰਤਰ ਗਾਵੈ, ਰਾਜਾ ਧਰਮ ਦੁਆਰੇ।
ਕਿਹੜੀਆਂ ਵੱਡੀਆਂ ਵੱਡੀਆਂ ਤਾਕਤਾਂ ਦਾ ਉੱਥੇ ਨਾਮ ਲਿਆ ਹੈ। ਸਾਰੇ ਉਸ ਵਾਹਿਗੁਰੂ ਨੂੰ ਗਾ ਰਹੇ ਨੇ, ਉਹਦੇ ਹੁਕਮ ਦੇ ਵਿੱਚ ਨੇ, ਉਹਦੇ ਅੱਗੇ ਝੁਕਦੇ ਨੇ ਸਾਰੇ ਜੋ ਉਹਦੇ ਅੱਗੇ ਝੁਕੇ ਹੋਏ ਨੇ। ਪਾਤਸ਼ਾਹ ਕਹਿੰਦੇ ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਝੁਕ ਜਾ। ਸਾਡੇ ਕੋਲ ਤੇ ਇੰਨੀ ਸ਼ਕਤੀ ਹੈ ਹੀ ਨਹੀਂ, ਜਿਵੇਂ ਇਹਨਾਂ ਹਸਤੀਆਂ ਦਾ ਨਾਂ ਲਿਆ ਜਾ ਰਿਹਾ ਜਿਨ੍ਹਾਂ ਵਿੱਚ ਇੰਨੀ ਵੱਡੀ ਵੱਡੀ ਤਾਕਤ ਹੈ। ਕਿਤੇ ਅੱਗ ਲੱਗ ਜਾਵੇ, ਜੰਗਲਾਂ ਦੇ ਜੰਗਲ ਸਾੜ ਕੇ ਤਬਾਹ ਕਰ ਦਿੰਦੀ ਹੈ। ਦਰਿਆ ਦਾ ਚੱਲਦਾ ਹੋਇਆ ਪਾਣੀ ਮਰਿਆਦਾ ਤੋਂ ਬਾਹਰ ਹੋ ਜਾਵੇ, ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਤਬਾਹ ਕਰਕੇ ਰੱਖ ਦਿੰਦਾ ਹੈ। ਬੜੀ ਵੱਡੀ ਤਾਕਤ ਹੈ ਪਾਣੀ ਦੀ ਆਪਣੀ। ਤੂਫਾਨ ਚੱਲਦਾ ਹੈ, ਆਪਾਂ ਵੇਖਦੇ ਹਾਂ ਕਈ ਵਾਰ ਵੱਡੇ ਵੱਡੇ ਦਰਖਤ, ਤੂਫਾਨ ਹਵਾ ਪੁੱਟ ਕੇ ਭਰਾ ਮਾਰਦੀ ਹੈ। ਕਈ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਨੇ, ਬੜਾ ਕੁਝ ਹੋ ਜਾਂਦਾ। ਇਹਨਾਂ ਤੂਫਾਨ ਦੇ ਵਿੱਚ, ਹਵਾ ਦੇ ਵਿੱਚ ਜ਼ੋਰ ਹੈ, ਬਲ ਹੈ, ਪਰ ਇਹ ਸਾਰੇ ਵਾਹਿਗੁਰੂ ਦੇ ਅੱਗੇ ਨਿਮਦੇ ਹਨ। ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੇ ਹੀ ਨਿਮਦੇ ਨੇ। ਪਰ ਸਾਨੂੰ ਸੋਝੀ ਨਾ ਹੋਣ ਕਰਕੇ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਬਚਨ ਆਖਿਆ ਹੈ ਕਿ ਮਨੁੱਖ ਠਾਕਰ ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ। ਮਾਲਕ ਨੂੰ ਛੱਡ ਕੇ ਉਹਦੀ ਦਾਸੀ ਦੀ ਪੂਜਾ ਕਰੀ ਜਾਂਦੇ ਹਾਂ। ਜਿੰਨੀਆਂ ਸ਼ਕਤੀਆਂ ਉਹਦੀਆਂ ਦਾਸੀਆਂ ਨੇ, ਆਪਾਂ ਮਾਲਕ ਨੂੰ ਛੱਡ ਕੇ ਤੇ ਜਿਹੜਾ ਦਰਵਾਜ਼ੇ 'ਤੇ ਖੜਿਆ ਹੁੰਦਾ ਨਾ ਪਹਿਰੇਦਾਰ, ਆਪਾਂ ਉਹਦੇ ਨਾਲ ਹੱਥ ਮਿਲਾਈ ਜਾਂਦੇ ਹਾਂ, ਉਹਦੇ ਨਾਲ ਦੋਸਤੀ ਬਣਾ ਰਹੇ ਹਾਂ, ਮਾਲਕ ਨੂੰ ਛੱਡੀ ਬੈਸੇ ਹਾਂ। ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ, ਦੁਨੀਆ ਦੀ ਕੋਈ ਵੀ ਤਾਕਤ ਤੈਨੂੰ ਨੁਕਸਾਨ ਨਹੀਂ ਪਹੁੰਚਾ ਸਕੇਗੀ। ਨਾ ਬਾਹਰ ਜਿਹੜੀਆਂ ਦਿਖਾਈ ਦੇ ਰਹੀਆਂ ਨੇ, ਨਾ ਬਾਹਰੋਂ ਤੇ ਨਾ ਕੋਈ ਅੰਦਰੋਂ। ਅੰਦਰੋਂ ਤਾਂ ਸਾਡੇ ਵਿਕਾਰ ਨੇ, ਤ੍ਰਿਸ਼ਨਾ ਹੈ, ਵਿਸ਼ੇ ਵਿਕਾਰ, ਹੋਮੈ ਆਦਿਕ। ਬਾਹਰੋਂ ਸਾਨੂੰ ਦੁਨੀਆ ਖਤਰਾ ਪਹੁੰਚਾਉਣਾ ਚਾਹੁੰਦੀ ਹੈ। ਨਾ ਕੋਈ ਬਾਹਰਲੀ ਤਾਕਤ, ਨਾ ਕੋਈ ਅੰਦਰ ਜਿਹੜੀਆਂ ਗੁਪਤ ਨੇ, ਇਹ ਸਾਰੇ ਵਿਸ਼ੇ ਵਿਕਾਰ, ਤ੍ਰਿਸ਼ਨਾ ਆਦਿਕ, ਇਹ ਵੀ ਨੁਕਸਾਨ ਨਹੀਂ ਪਹੁੰਚਾ ਸਕਦੇ। ਭਗਤ ਪ੍ਰਹਿਲਾਦ ਜੀ ਨੂੰ ਮਾਰਨ ਵਾਸਤੇ ਨਾ ਬੜੇ ਯਤਨ ਕੀਤੇ ਗਏ। ਪਹਾੜ ਤੋਂ ਸੁੱਟਿਆ ਗਿਆ, ਪਾਣੀ ਵਿੱਚ ਡੋਬ ਕੇ ਮਾਰਨ ਦਾ ਯਤਨ ਕੀਤਾ, ਅੱਗ ਦੇ ਵਿੱਚ ਸਾੜ ਕੇ ਮਾਰਨ ਦਾ ਯਤਨ ਕੀਤਾ ਗਿਆ। ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬਚਨ ਆਖਿਆ ਹੈ ਕਿ ਦੁਸ਼ਟਾਂ ਦੀ ਸਭਾ ਨੇ ਮਤਾ ਪਕਾ ਲਿਆ। ਕੀ ਮਤਾ ਪਕਾਇਆ? ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਦ ਕਨੇਰੀ। ਮਤਾ ਪਕਾ ਕੇ ਕਹਿਣ ਲੱਗੇ ਪ੍ਰਹਿਲਾਦ ਨੂੰ, ਕਹਿੰਦੇ ਤੇਰੀ ਉਮਰ ਕਰਨੇ ਆ ਵੱਡੀ। ਭਾਵ ਉਹਨੂੰ ਇੱਕ ਤਰਕ ਵਿੱਚ ਆਖਿਆ ਵੀ ਤੈਨੂੰ ਹੁਣੇ ਮਾਰਦੇ ਹਾਂ, ਵੇਖਦੇ ਹਾਂ ਤੈਨੂੰ ਕੌਣ ਬਚਾਉਂਦਾ ਹੈ। ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਹੁਣ ਭਗਤ ਪ੍ਰਹਿਲਾਦ ਜੀ ਕਿਹਦੇ ਨਾਲ ਜੁੜੇ ਹੋਏ ਸੀ? ਵਾਹਿਗੁਰੂ ਦੇ ਨਾਲ ਜੁੜੇ ਹੋਏ ਸੀ, ਜਿਹਦੇ ਅੱਗੇ ਸਾਰੀਆਂ ਇਹ ਤਾਕਤਾਂ ਝੁਕਦੀਆਂ ਨੇ। ਪਾਣੀ, ਹਵਾ, ਅੱਗ, ਜੋ ਵੀ ਹੈ, ਸਾਰੇ ਉਹਦੇ ਅੱਗੇ ਝੁਕੇ ਹੋਏ ਨੇ। ਤੇ ਭਗਤ ਪ੍ਰਹਿਲਾਦ ਜੀ ਜੁੜੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ। ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਹਾੜ ਤੋਂ ਕੋਈ ਡਿੱਗੇ ਤੇ ਉਹਦਾ ਲੱਤ ਪੈਰ ਨਾ ਟੁੱਟੇ ਤੇ ਹੋ ਹੀ ਨਹੀਂ ਸਕਦਾ। ਜੇ ਕੋਈ ਪਹਾੜ ਤੋਂ ਡਿੱਗੇਗਾ ਤੇ ਮਰੇਗਾ ਤੇ ਜ਼ਰੂਰ ਹੀ, ਜੇ ਮਰਿਆ ਨਾ ਤੇ ਹੱਥ ਪੈਰ ਤੇ ਉਹਦੇ ਬਚਦੇ ਨਹੀਂ, ਟੁੱਟਣਗੇ। ਪਰ ਜਦੋਂ ਪ੍ਰਹਿਲਾਦ ਨੂੰ ਧੱਕਾ ਮਾਰਿਆ ਗਿਆ ਨਾ ਪਹਾੜ ਤੋਂ, ਪਹਾੜ ਨੇ ਆਪਣਾ ਸੁਭਾਅ ਬਦਲਤਾ, ਰੂਹ ਵਰਗਾ ਕੂਲਾ ਹੋ ਗਿਆ। ਉਹਦੇ ਤੋਂ ਭਗਤ ਪ੍ਰਹਿਲਾਦ ਐਵੇਂ ਰਿੜਦਾ ਆਇਆ ਜਿਵੇਂ ਕੋਈ ਕੋਮਲ ਜੇ ਗੱਦੇ ਤੇ ਬੱਚਾ ਰਿੜਦਾ ਹੁੰਦਾ, ਇਸ ਤਰ੍ਹਾਂ। ਕਿਉਂਕਿ ਸਾਰੇ ਮਾਇਆ ਤੋਂ ਬਣੇ ਨੇ। ਅਕਾਲ ਪੁਰਖ ਨੇ ਉਸ ਸਮੇਂ ਮਾਇਆ ਦੀ ਸ਼ਕਤੀ ਨੂੰ ਉਲਟਾ ਦਿੱਤਾ। ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ।
पानी ने भी अपना सुभाव बदल दिता। पानी डोबदा, पानी विच निक्का जिहा किणका भी सुੱਟੋ ना डुब जाता है, पर वो वाहिगुरू दे हुक्म दे विच है। पानी भी जल भी उन्हें हुक्म करता, जल देवते ने भी अपना सुभाव बदलता, अग ने भी अपना सुभाव बदलता। होलका विच सड़ गई पर प्रहलाद बच गया। ये वाहिगुरू परमात्मा दी कला है, क्योंकि तो हुक्म दे विच सारे हन। ये जिन्नियां भी शक्तियां वाहिगुरू दे हुक्म विच काम करदियां ने, तां ही महाराज ने कहा तुसीं रब दे नाम नाल जुड़ो, तुहानूं किसे तो डरन दी लोड़ नहीं है। हर जेठ जुड़ंदा लोड़ी है, जिस अगे सब निवन, जिहदे अगे सारे निवदे ने। भावें कोई किन्नी भी वड्डी ताकत दा मालक हो जावे, वाहिगुरू दे अगे उहनूं भी झुकना पैंदा है, क्योंकि परमात्मा सब तो वड्डा है। महाराज कहंदे बाहरली भी कोई शक्ति तेरा नुकसान नहीं कर सकेगी। जां तू मेरे वल है तां क्या मोह छंदा, तुझ सब कुछ मैनू सौंपिया जा तेरा बंदा। महाराज कहंदे अंतरीव भाव करके जिहड़े विकार हन, ये भी तेरा कुछ नहीं बिगाड़ सकणगे, जेकर तेरे कोल वाहिगुरू दा नाम है, जे जुड़िया होया है। जिवें हुण गर्मी पै रही है ना, जिस बंदे दे कोल बहुत धन है, बहुत धन है, वो अपनी एसी रूम कोठी दे विच बैठा होया है। दफ्तर विच जाना है, उहदे कोल वधिया गड्डी है, वो भी एसी है। दफ्तर भी जिथे जाके काम करना है, उत्थे भी एसी लगे ने। गर्मी जिन्नी मर्जी पई जावे, उहदे ते की असर है? गर्मी उहदा कुछ नहीं बिगाड़ सकती, क्योंकि वो तो वधिया सगों उहदा सगों आनंद लै रहा है। वो गर्मी उहदा कुछ क्यों नहीं बिगाड़ती? क्योंकि उहदे कोल धन इन्ना क उस धन ने उहदी हर एक थां ते सहायता कीती है। ਜਿਹਦੇ ਕੋਲ ਧਨ नहीं है, ਉਹਦੇ घर ਵਿੱਚ पखा भी नहीं लगा, वो बाहर भी सड़दा ते घर दे अंदर बैठा भी दुखी हो रहा है। घर ਵਿੱਚ ਤੇ पखा भी नहीं लगा, बुरे हाल हो रहे ना गर्मी करके। क्यों पुछया जावे कहेगा मेरे कोल धन नहीं है। इसे तरह ਜਿਹਦੇ ਕੋਲ नाम ਦਾ धन नहीं है, बंदगी ਦਾ धन नहीं है, ਉਹ भी मनुख हर एक ਥਾਂ ਤੇ कल्पदा पिया है। दुनिया विच भावें विषे विकारां दी अग लगी है, दुनिया विच भावें तृष्णा दे भांबड़ मच रहे ने, पर जिन्हां दे कोल नाम दा धन है गुरमुखो, ए दुनिया दी अग उन्हां नूं कुछ भी नहीं कह सकदी। तृष्णा वासना दी अग विषे विकार उन्हां दे नेड़े भी नहीं आ सकदे, क्योंकि उन्हां दे कोल नाम दा धन है। ते आम ਜਿਹਦੇ ਕੋਲ नहीं, ਜਿਹੜਾ जुड़िया नहीं बाणी दे नाल, महाराज कहते जियो तपत है बारो बार, तप तप खपै बहुत बेकार। जय तन बाणी विसर जाए, ज्यों पक्का रोगी विल लाए। पातशाह अगे फरमान कर रहे ने, हर सज्जन दामन लग्गिया किसै न देई बन। ਜਿਹੜੇ सज्जन मालक वाहिगुरू दे दामन नूं पकड़ लैंदे ने, ਜਿਹੜੇ ਉਹਦੇ दामन नाल लग जाते ने, वाहिगुरू ऐसा बिरद रखियक है, वो अगे बन के किसी नूं नहीं जमा दे वस नहीं पांदा। आपां वेखदे हां, जे आपां दुनियावी तौर ते किसी दी मदद लईए, वो बंदा साडे नाल धोखा कर सकता है। अक्सर हो जाता है, बंदे धोखा कर जाते हैं, पर वाहिगुरू ऐसा सज्जन है, कोई ओहदा लड़ पकड़ ले, वो भावें जीव किन्ना भी पापी होवे, कुछ भी होवे, दामन लग्गियां दी वो लज्जा रखदा है। जिवें मीरी पीरी दे मालक छेवें पातशाह गुरु हरगोबिंद साहिब महाराज जी दे दामन लगे सी, 22 धार दे 52 राजे। दामन पकड़ लिया ना, जदों महाराज आउण लगे ते कहन लगे पातशाह तुसीं चले हो, असीं ते इत्थे मर जांगे, गल जांगे, साडा तां इत्थे बुरा हाल है।
ਤੁਹਾਡੇ ਤੋਂ ਬਿਨਾਂ ਸਾਨੂੰ ਇਥੋਂ ਕੋਈ ਨਹੀਂ ਬਚਾ ਸਕਦਾ। ਸਤਿਗੁਰੂ ਪਾਤਸ਼ਾਹ ਜੀ ਜਹਾਂਗੀਰ ਨੂੰ ਸੁਨੇਹਾ ਲਾਤਾ ਕਿ ਇਹ ਜਿਹੜੇ ਰਾਜੇ ਨੇ ਇਹ ਵੀ ਸਾਡੇ ਨਾਲ ਬਾਹਰ ਜਾਣਗੇ, ਨਹੀਂ ਤੇ ਅਸੀਂ ਨਹੀਂ ਜਾਵਾਂਗੇ। ਸ਼ਰਨ ਵਿੱਚ ਪੈ ਗਏ ਨਾ। ਹਾਲਾਂਕਿ ਉਹ ਰਾਜੇ ਪਹਿਲਾਂ ਕਦੇ ਨਹੀਂ ਮਿਲੇ, ਕਾਲ ਕੋਠੜੀ ਦੇ ਵਿੱਚ ਪਏ ਹੋਏ ਸਨ, ਪਰ ਉਹਨਾਂ ਨੂੰ ਸਮਝ ਆ ਗਈ ਕਿ ਹੁਣ ਸਾਨੂੰ ਇਹੀ ਬਚਾ ਸਕਦੇ ਨੇ। ਬੰਦੇ ਨੂੰ ਸਮਝ ਆ ਜਾਵੇ ਕਿ ਮੈਨੂੰ ਰੱਬ ਹੀ ਬਚਾ ਸਕਦਾ ਹੈ, ਮੈਨੂੰ ਗੁਰੂ ਹੀ ਬਚਾ ਸਕਦਾ ਹੈ, ਤਾਂ ਇਹਦਾ ਬਚਾਅ ਹੋ ਸਕਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਉੱਥੋਂ ਰਿਹਾ ਕਰਾਇਆ, ਜੀਵਨ ਨਵਾਂ ਦਾਨ ਬਖਸ਼ਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਮਨੁੱਖ ਬੰਦੇ ਦੀ ਗੱਲ ਛੱਡ, ਰੱਬ ਦੀ ਸ਼ਰਨ ਵਿੱਚ ਤੇ ਕੋਈ ਪਸ਼ੂ ਆ ਜਾਵੇ, ਜਾਨਵਰ ਆ ਜਾਵੇ, ਪੰਛੀ ਆ ਜਾਵੇ ਨਾ, ਤੇ ਰੱਬ ਉਹਦੀ ਵੀ ਰੱਖਿਆ ਕਰਦਾ ਹੈ। ਉਹ ਵੀ ਆਪਣੇ ਦਾਮਨ ਪਕੜੇ ਹੋਏ ਨੂੰ ਕਦੀ ਛੱਡਦਾ ਨਹੀਂ, ਅੱਗੇ ਕਿਸੇ ਦੇ ਵੱਸ ਨਹੀਂ ਪਾਉਂਦਾ। ਆਪ ਸੰਗਤਾਂ ਨੂੰ ਪਤਾ ਹੋਵੇਗਾ ਜਿਹੜਾ ਅੰਮ੍ਰਿਤਸਰ ਦਾ ਪਹਿਲਾ ਜੰਗ ਹੈ ਉਹਦਾ ਕਾਰਨ ਇਹੀ ਸੀ ਕਿ ਬਾਜ ਆ ਗਿਆ ਸੀ, ਸ਼ਾਹੀ ਬਾਜ ਮਹਾਰਾਜ ਜੀ ਦੇ ਸ਼ਰਨ ਵਿੱਚ ਆ ਗਿਆ ਸੀ, ਤੇ ਸਿਪਾਹੀ ਪਿੱਛੇ ਬਾਜ ਲੈਣ ਆਏ। ਮਹਾਰਾਜ ਕਹਿੰਦੇ ਭਾਈ ਸਾਡੀ ਸ਼ਰਨ ਵਿੱਚ ਆ ਗਿਆ ਹੈ, ਹੁਣ ਨਹੀਂ ਦਿੰਦੇ, ਕਿਉਂਕਿ ਜਾ ਨਹੀਂ ਰਿਹਾ, ਉਹ ਆ ਗਿਆ ਬਾਜ, ਜਾ ਨਹੀਂ ਸੀ ਰਿਹਾ, ਉਹਦੇ ਕਾਰਨ ਕਰਕੇ ਫਿਰ ਜੰਗ ਹੋਇਆ। ਮਹਾਰਾਜ ਕਹਿੰਦੇ ਜੰਗ ਕਰਨਾ ਮਨਜ਼ੂਰ ਹੈ, ਪਰ ਇਹਨੂੰ ਅਸੀਂ ਭੇਜਣਾ ਨਹੀਂ, ਕਿਉਂਕਿ ਸਾਡੀ ਸ਼ਰਨ ਵਿੱਚ ਆ ਗਿਆ ਹੈ। ਇਸੇ ਤਰ੍ਹਾਂ ਸਾਧ ਸੰਗਤ, ਜਿਹੜਾ ਕੋਈ ਵੀ ਜੀਵ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਦੇ ਵਿੱਚ ਇੱਕ ਪ੍ਰਮਾਣ ਦਿੱਤਾ ਹਿਰਨੀ ਦਾ। ਜਾਨਵਰ ਹੈ, ਜੰਗਲ ਵਿੱਚ ਰਹਿਣ ਵਾਲਾ ਹਿਰਨ। ਉਹ ਹਿਰਨੀ ਕਿਤੇ ਸੁੱਤੀ ਪਈ ਸੀ, ਗਰਮੀ ਦਾ ਸਮਾਂ ਸੀ, ਗਰਮੀ ਤੋਂ ਵਿਆਕੁਲ ਹੋਈ, ਠੰਡੀ ਛਾਵੇਂ ਸੁੱਤੀ ਪਈ ਦੁਪਹਿਰ ਨੂੰ। ਸ਼ਿਕਾਰੀਆਂ ਨੂੰ ਪਤਾ ਹੁੰਦਾ ਜਾਨਵਰ ਕਿੱਥੇ ਬੈਠਦੇ ਨੇ, ਕਿਵੇਂ ਹੁੰਦਾ ਹੈ। ਇੱਕ ਸ਼ਿਕਾਰੀ ਨੇ ਚਾਰੇ ਪਾਸੇ ਤੋਂ ਉਹਨੂੰ ਜਿਹੜਾ ਹੈ ਆਪਣੇ ਕਬਜ਼ੇ ਵਿੱਚ ਲੈ ਲਿਆ। ਇੱਕ ਪਾਸੇ ਜਾਲ ਲਾ ਲਿਆ, ਇੱਕ ਪਾਸੇ ਆਪਣਾ ਸ਼ਿਕਾਰੀ ਕੁੱਤਾ ਖਿਲਾਰ ਦਿੱਤਾ ਹੈ, ਇੱਕ ਪਾਸੇ ਕਹਿੰਦੇ ਉਹਨੇ ਅੱਗ ਬਾਲ ਦਿੱਤੀ, ਇੱਕ ਪਾਸੇ ਤੀਰ ਲੈ ਕੇ ਆਪ ਖੜ ਗਿਆ। ਚਾਰੇ ਪਾਸੇ ਉਹਨੇ ਕਲੋਜ਼ ਕਰ ਲਏ, ਬੰਦ ਕਰ ਲਏ। ਆਵਾਜ਼ ਕੀਤੀ, ਹਿਰਨੀ ਉੱਠ ਪਈ, ਅੱਖ ਖੁੱਲੀ, ਦੇਖਿਆ ਚਾਰੇ ਪਾਸੇ ਤੋਂ ਕਬਜ਼ੇ ਵਿੱਚ ਆ ਗਈਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮ੍ਰਿਗੀ ਪੇਖੰਤ ਬਦਕ ਪਰਹਾਰੇਣ ਲਖ ਆਵਦ ਹੈ, ਆਹੋ ਜਸ ਰਖੇਨ ਗੋਪਾਲੈ ਨਾਨਕ ਰੋਮ ਨਾ ਛੇਦ ਤੇ। ਜਦੋਂ ਉਹਨੇ ਵੇਖਿਆ ਹਿਰਨੀ ਨੇ ਚਾਰੇ ਪਾਸੇ ਤੋਂ ਘਿਰ ਗਈਆਂ, ਸ਼ਿਕਾਰੀ ਨੇ ਘੇਰ ਲਿਆ। ਬਦਕ ਨਾਮ ਸ਼ਿਕਾਰੀ ਦਾ, ਮ੍ਰਿਗੀ ਨਾਮ ਹੈ ਹਿਰਨ ਦਾ। ਉਹਨੇ ਉਸ ਸਮੇਂ ਉੱਪਰ ਮੂੰਹ ਕਰਕੇ ਨਾ ਕਿਸੇ ਨੇ ਅਰਦਾਸ ਕੀਤੀ, ਪਰਮਾਤਮਾ ਮੇਰੀ ਰੱਖਿਆ ਕਰ, ਬਸ ਤੇਰੀ ਸ਼ਰਨ ਵਿੱਚ ਆ ਗਈ ਹਾਂ। ਹਰ ਸੱਜਣ ਦਾਵਨ ਲੱਗਿਆ, ਕਿਸੇ ਨਾ ਦੇਈ ਬਨ। ਇੰਨਾ ਕਿ ਆਪਣਾ ਸੰਬੰਧ ਹੈ ਅਰਦਾਸ। ਇੱਕ ਤਾਂ ਆਪਣੀ ਪੰਥਕ ਅਰਦਾਸ ਜਿਹੜੀ ਆਪਾਂ ਕਰਦੇ ਹਾਂ, ਅਰਦਾਸ ਕੋਈ ਲੰਮੀ ਚੌੜੀ ਨਹੀਂ, ਉਹ ਤੇ ਪੰਥਕ ਅਰਦਾਸ ਆਪਣੀ ਮਰਿਆਦਾ ਹੈ ਨਾ। ਤੁਸੀਂ ਕਿਤੇ ਵੀ ਅੰਮ੍ਰਿਤ ਵੇਲੇ ਉੱਠੋ ਅਰਦਾਸ ਕਰੋ, ਹੇ ਵਾਹਿਗੁਰੂ ਮੈਨੂੰ ਬਖਸ਼ ਲੈ। ਇਹ ਨਹੀਂ ਅਰਦਾਸ ਹੀ ਬੜੀ ਰੋਜ਼ ਆਪਾਂ ਉੱਠ ਕੇ ਕਰੀਏ, ਹੇ ਵਾਹਿਗੁਰੂ ਮੈਨੂੰ ਬਖਸ਼ ਲੈ। ਰਾਤ ਨੂੰ ਸੌਣ ਲੱਗਿਆਂ ਕਹਿ ਦੀ, ਹੇ ਵਾਹਿਗੁਰੂ ਮੈਨੂੰ ਬਖਸ਼ ਲੈ। ਇਹ ਅਰਦਾਸ ਬਹੁਤ ਵੱਡੀ ਹੈ, ਇੰਨੀ ਅਰਦਾਸ ਹੈ ਕਿ ਜਿਹੜੀ ਆਪਣੀ ਪੰਥਕ ਮਰਿਆਦਾ ਆਪਾਂ ਗੁਰੂ ਘਰਾਂ 'ਚ ਕਰਦੇ ਹਾਂ, ਆਪਣੇ ਘਰਾਂ ਵਿੱਚ, ਉਹ ਜ਼ਰੂਰੀ ਹੈ, ਉਹ ਸਾਡੀ ਪੰਥ ਦੀ ਮਰਿਆਦਾ ਬੰਨੀ ਹੋਈ ਹੈ। ਪਰ ਅਸਲ ਵਿੱਚ ਜੇ ਆਪਾਂ ਅਰਦਾਸ ਕੋਈ ਕਹੇ ਮੈਨੂੰ ਕਰਨੀ ਨਹੀਂ ਆਉਂਦੀ, ਬਸ ਇੰਨਾ ਹੀ ਕਹਿ ਦਿਓ ਵਾਹਿਗੁਰੂ ਮੈਨੂੰ ਬਖਸ਼ ਲੈ, ਇਹ ਅਰਦਾਸ ਹੀ ਹੈ। ਰੋਜ਼ ਸਵੇਰੇ ਸ਼ਾਮ ਕਹਿ ਦੀ, ਜਦੋਂ ਬਖਸ਼ੇਗੇ ਤੇ ਕਿਰਪਾ ਹੈ। ਤਾਂ ਉਹਨੇ ਅਰਦਾਸ ਕੀਤੀ, ਵਾਹਿਗੁਰੂ ਮੇਰੀ ਰੱਖਿਆ ਕਰ। ਅੰਦਰੋਂ ਪਸ਼ੂ ਪੰਛੀ ਵੀ ਜਾਗ ਜਾਂਦੇ ਨੇ। ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਸੱਪ ਨਿਕਲਿਆ। ਕਹਿੰਦੇ ਉਹਨੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ, ਜਿਹੜਾ ਤੀਰ ਕੱਸਿਆ ਸੀ ਨਾ ਉਹ ਜਾ ਕੇ ਉਸ ਕੁੱਤੇ ਦੇ ਲੱਗਾ। ਸ਼ਿਕਾਰੀ ਦੀ ਮੌਤ ਹੋ ਗਈ, ਕੁੱਤੇ ਦੀ ਮੌਤ ਹੋ ਗਈ। ਬੜੀ ਤੇਜ਼ ਦੀ ਹਵਾ ਦਾ ਬੁੱਲਾ ਆਇਆ, ਉਹ ਜਾਲ ਪੁੱਟ ਕੇ ਅੱਗ ਦੇ ਵਿੱਚ ਸੁੱਟ ਦਿੱਤਾ। ਜਾਲ ਵੀ ਸੜ ਗਿਆ।
ਉੱਪਰੋਂ ਐਸੀ ਕਲਾ ਵਰਤੀ, ਮੀਂਹ ਪੈਣ ਲੱਗ ਪਿਆ, ਅੱਗ ਵੀ ਬੁਝ ਗਈ, ਸਾਰੇ ਰਸਤੇ ਸਾਫ਼ ਹੋ ਗਏ। ਐ ਮਨੁੱਖ ਤੂੰ ਚਾਰੇ ਪਾਸਿਓਂ ਤੋਂ ਘਿਰਿਆ ਪਿਆ ਮੁਸੀਬਤਾਂ ਦੇ ਵਿੱਚ, ਬਿਪਤਾ ਦੇ ਵਿੱਚ, ਕਿਤੇ 5 ਮਿੰਟ ਹੀ ਕੱਢ ਕੇ ਵਾਹਿਗੁਰੂ ਦਾ ਸਿਮਰਨ ਕਰ ਲਿਆ ਕਰ, ਯਾਦ ਕਰ ਲਿਆ ਕਰ, ਅਰਦਾਸ ਕਰਿਆ ਕਰ। ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਤੇਰਾ ਕੋਈ ਝੋਰਾ ਰਹਿ ਹੀ ਨਹੀਂ ਜਾਵੇਗਾ, ਕਿਸੇ ਵੀ ਤਰ੍ਹਾਂ ਦਾ ਫਿਕਰ ਰਹਿ ਨਹੀਂ ਜਾਵੇਗਾ। ਇੱਕ ਨੇਮ ਬਣਾ ਲੈ ਸਿਮਰਨ ਕਰਨ ਦਾ, ਵਾਹਿਗੁਰੂ ਦੇ ਨਾਮ ਨੂੰ ਜਪਣ ਦਾ। ਇੱਕ ਘੜੀ ਦਾ ਸਿਮਰਨ ਹੀ ਬਹੁਤ ਵੱਡਾ ਹੈ। ਵਾਹ, ਇੱਕ ਛਿਨ ਵੀ ਆਪਾਂ ਕਰ ਲਈਏ ਤੇ ਬਹੁਤ ਵੱਡਾ ਹੈ। ਰੋਜ਼ ਨੇਮ ਬਣਾ ਕੇ ਚੱਲਾਂਗੇ ਤੇ ਉਹਦੀ ਬਰਕਤ ਹੋਵੇਗੀ। ਫਿਰ ਇੱਕ ਪ੍ਰਮਾਣ ਹੋਰ ਦਿੱਤਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਰੇ ਮਨ ਓਟ ਲਿਓ ਹਰ ਨਾਮਾ। ਮਹਾਰਾਜ ਕਹਿੰਦੇ ਹਰ ਸੱਜਣ ਦਾਮਨ ਲੱਗਿਆ, ਕਿਸੇ ਨਾ ਦੇਈ ਬੰਨ। ਰੇ ਮਨ ਓਟ ਲਿਓ ਹਰ ਨਾਮਾ, ਜਾਂ ਕੈ ਸਿਮਰਨ ਦੁਰਮਤ ਨਾਸੈ, ਪਾਵੇ ਪਦ ਨਿਰਵਾਨਾ। ਬੜ ਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਜਨਮ ਜਨਮ ਕੇ ਪਾਪ ਕੋਏ, ਕੈ ਪੁਨ ਬੈਕੁੰਠ ਸਧਾਵੇ। ਅਜਾਮਲ ਕੋ ਅੰਤ ਕਾਲ ਮੈਂ, ਨਾਰਾਇਣ ਸੁਧ ਆਈ। ਜਾਂ ਗਤ ਕੋ ਜੋਗੀਸਰ ਬਾਚਤ, ਸੋ ਗਤ ਛਿਨ ਮੈਂ ਪਾਈ। ਹੁਣ ਅਗਲਾ ਪ੍ਰਮਾਣ ਸੁਣੋ ਜੇ। ਮਹਾਰਾਜ ਕਹਿੰਦੇ ਨਾਹਿਨ ਗੁਣ ਨਾਹਿਨ ਕਿਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਨਾਨਕ ਬਿਰਧ ਰਾਮ ਕਾ, ਦੇਖੋ ਅਵੈ ਦਾਨ ਤੇ ਦੀਨਾ। ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ। ਇੱਕ ਹਾਥੀ ਆ ਗਿਆ ਵਾਹਿਗੁਰੂ ਦੀ ਸ਼ਰਨ ਵਿੱਚ, ਜਾਨਵਰ ਹੈ। ਉਸ ਹਾਥੀ ਨੇ ਨਾ ਤਾਂ ਕਿਤੋਂ ਕੋਈ ਗੁਣ ਸਿੱਖੇ ਸਨ, ਵੀ ਉਹਨੂੰ ਕੋਈ ਪਾਠ ਕਰਨਾ ਆਉਂਦਾ ਸੀ, ਕਥਾ ਕੀਰਤਨ ਕਰਨੀ ਆਉਂਦੀ ਸੀ, ਨਾ ਉਹਨੂੰ ਕੋਈ ਲੰਗਰ ਬਣਾਉਣਾ ਆਉਂਦਾ ਸੀ। ਇੱਦਾਂ ਦੇ ਕੋਈ ਉਹਦੇ ਕੋਲ ਗੁਣ ਵੀ ਨਹੀਂ ਸੀ। ਨਾਹਿਨ ਗੁਣ ਨਾਹਿਨ ਕਿਛ ਵਿਦਿਆ, ਤੇ ਨਾ ਉਹ ਕਿਸੇ ਮਦਰਸੇ ਵਿੱਚ ਗਿਆ ਸੀ ਉਸ ਸਮੇਂ, ਨਾ ਕੋਈ ਯੂਨੀਵਰਸਿਟੀ ਵੀ ਜਿੱਥੋਂ ਜਾ ਕੇ ਉਹਨੇ ਵਿਦਿਆ ਸਿੱਖੀ ਹੋਵੇ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਕਿਉਂਕਿ ਬੰਦਾ ਅਜੇ ਵੀ ਕਹਿੰਦਾ ਜੀ ਮੈਨੂੰ ਤੇ ਬਾਣੀ ਨਹੀਂ ਪੜ੍ਹਨੀ ਆਉਂਦੀ। ਮਹਾਰਾਜ ਨੇ ਸਾਰਾ ਗੱਲ ਹੀ ਮੁਕਾਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੇਖੋ, ਹਾਥੀ ਦੇ ਵਿੱਚ ਨਾ ਤਾਂ ਕੋਈ ਚੰਗਾ ਗੁਣ ਸਿੱਖਿਆ ਸੀ, ਵੀ ਕੋਈ ਇਹਨੂੰ ਬੜੀ ਵਧੀਆ ਕਥਾ ਕਰਨੀ ਆਉਂਦੀ ਸੀ, ਨਾ ਉਹਨੂੰ ਕੀਰਤਨ ਕਰਨਾ ਆਉਂਦਾ ਸੀ। ਇੱਦਾਂ ਦਾ ਕੋਈ ਚੰਗਾ ਗੁਣ ਵੀ ਉਹਦੇ ਕੋਲ ਨਹੀਂ ਸੀ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਨਾ ਕੋਈ ਉਹ ਵੇਦ ਪੜ੍ਹਿਆ ਸੀ, ਨਾ ਸ਼ਾਸਤਰ ਪੜ੍ਹਿਆ ਸੀ, ਨਾ ਪੁਰਾਣ ਪੜ੍ਹਿਆ ਸੀ। ਧਰਮ ਕੌਣ ਗਜ ਕੀਨਾ, ਤੇ ਉਹ ਕਿਹੜਾ ਰੋਜ਼ ਕੋਈ ਧਰਮ ਦੇ ਨਾਲ ਕੋਈ ਤੀਰਥਾਂ ਦੀ ਯਾਤਰਾ 'ਤੇ ਜਾਂਦਾ ਸੀ। ਇੱਦਾਂ ਦਾ ਕੋਈ ਧਰਮ ਦਾ ਕੰਮ ਵੀ ਨਹੀਂ ਸੀ ਉਹਨੇ ਕੀਤਾ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਧ ਰਾਮ ਕਾ, ਦੇਖੋ ਅਵੈ ਦਾਨ ਤੇ ਦੀਨਾ। ਇਹਦੀ ਵਿਆਖਿਆ ਨਾ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਵਿੱਚ ਕੀਤੀ ਹੈ ਕਿ ਉਹ ਹਾਥੀ ਨੇ ਨਾ ਅਰਦਾਸ ਕੀਤੀ ਸੀ। ਉਹਦੇ ਵਿੱਚ ਗੁਣ ਭਾਵੇਂ ਕੋਈ ਨਹੀਂ ਸੀ, ਨਾ ਉਹਨੇ ਕੋਈ ਵਿਦਿਆ ਲਈ ਸੀ, ਨਾ ਕੋਈ ਉਹਨੇ ਧਰਮ ਅਪਣਾਇਆ ਸੀ, ਪਰ ਉਹਨੇ ਇੱਕ ਅਰਦਾਸ ਕੀਤੀ ਸੀ। ਉਹ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ, ਦ੍ਰੋਪਦੀ ਕਪੀਨ ਮਾਤਰ ਦਈ ਜੋ ਮਨੀਸਰੈ, ਤਾਂ ਤੇ ਸਭਾ ਮਦ ਬਿਓ ਬਸਨ ਪ੍ਰਵਾਹ ਜੀ। ਤਨਕ ਤੰਦਲ ਜਗਦੀਸੈ ਦੇਸ ਦਾਮਾ, ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ। ਦੁਖਤ ਗਜਿੰਦ ਅਰ ਬਿੰਦ ਗੈ ਭੇਟ ਰੱਖੈ। ਦੁਖਤ ਗਜਿੰਦ, ਗਜਿੰਦ ਨਾਮ ਹੈ ਹਾਥੀ ਦਾ। ਦੁਖੀ ਹੋਏ ਹਾਥੀ ਨੇ ਦੁਖਤ ਗਜਿੰਦ ਅਰ ਬਿੰਦ ਗੈ ਭੇਟ ਰੱਖੈ। ਇੱਕ ਫੁੱਲ ਦੀ ਭੇਟਾ ਰੱਖ ਕੇ ਨਾ ਸੁੰਡ ਵਿੱਚ ਫੁੱਲ ਪਕੜ ਕੇ ਅਰਦਾਸ ਕੀਤੀ, ਵਾਹਿਗੁਰੂ ਮੇਰੀ ਰੱਖਿਆ ਕਰੋ। ਦੁਖਤ ਗਜਿੰਦ ਅਰ ਬਿੰਦ ਗੈ ਭੇਟ ਰੱਖੈ, ਤਾਂ ਕਿ ਕਾਜੈ ਚੱਕਰ ਪਾਣ ਆਨ ਗ੍ਰਸੇ। ਗ੍ਰਾਹ ਜੀ ਕਹਾਂ ਕਹੂ ਕਰੈ ਕਛ ਹੋਤ, ਨਾ ਕਾਹੂ ਕੇ ਕੀਏ। ਜਾਂ ਕੀ ਪ੍ਰਭ ਮਾਨ ਲੈ ਸਰਬ ਸੁਖ ਤਾਂ ਜੀ। ਜਿਹਦੀ ਰੱਬ ਮੰਨ ਲਵੇ, ਉਹ ਭਾਵੇਂ ਪਸ਼ੂ ਹੈ, ਪੰਛੀ ਹੈ, ਜਾਨਵਰ ਹੈ, ਬੰਦਾ ਹੈ, ਕੋਈ ਵੀ ਹੈ, ਜਿਹਦੀ ਰੱਬ ਮੰਨ ਲਏ ਉਹਨੂੰ ਸਾਰੇ ਸੁੱਖ ਨੇ। ਅਰਦਾਸ ਕਰਿਆ ਕਰੋ, ਆਪ ਬੇਨਤੀ ਕਰਿਆ ਕਰੋ ਆਪ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਕਿਰਪਾ ਕਰ ਮੇਰੇ ਤੇ, ਬਖਸ਼ਿਸ਼ ਕਰ ਮੇਰੇ ਤੇ।
हर सज्जन दामन लगिया किसे न देई बन। जिहड़ा भी उहदा सज्जन दा दामन पकड़ लैंदा है वो फिर अगे किसी होर हस्ती दे उहनूं गुलाम नहीं रहन दिंदा, जमा तो भी बचा लैंदा है। मानक मोती नाम प्रभ उन लगे नाही सन। महाराज कहते वाहिगुरु का नाम ऐसे मानक मोती हैं, इन्हों कोई भी चुरा नहीं सकता। दुनियावी धन जिहड़ा है इनू तीन तरह का खतरा है। जो साडे कोल पैसा दौलत हीरे जवाहरात जो कुछ भी है मनुख दे कोल, इनू तीन तरह का खतरा दसिया है। एक खतरा तो यह है भी चोर डाकू लुट के लै जाते हैं, किसी भी रूप दे विच वो लै जान। दूसरा खतरा है पानी तो, दुनियावी धन नूं पानी तो भी खतरा है। पानी चढ़ के आ जाए दरिया का हड़दा वो भी बर्बाद कर जाता है, बड़ा कुछ वो रुड़ जाता है। तीसरा खतरा है अग तो, अग लग जाए किते वो भी सारा कुछ साड़ के स्वाह कर देंदी है। पातशाह जी फरमान करते ने इसे तरह बाणी दे विच महाराज जी के बचन आए ने, सिमरो सिमर सिमर सुख पावो, साथ साथ संभाले लोक परलोक संग सहाई, जत कत मोए रखवाले, गुर का बचन बसै जी नाले, जल नहीं डूबै तस्कर नहीं लेवै, भाए न साकै जाले। जिहड़ा नाम दा धन है ये गुरु दे बचनां नाल मिलदा है। जिथे गुरु दे बचन दा पहरा है उथे जिहड़ा है गुरमुखो ना तां पदार्थां दा जल, जे आपां गुरु दे बचन नूं याद रखांगे ना, गुरु दे उपदेश नूं, पदार्थां दा जल इहनूं डोब नहीं सकदा। पदार्थां दे जल विच मनुख दा आत्मक जीवन नहीं डुबेगा। जेकर ये नाम नाल जुड़िया है इहदा आत्मक जीवन बर्बाद नहीं होवेगा। काम क्रोध लोभ मोह हंकार ये चोर आत्मक जीवन नूं लुट नहीं सकणगे, तृष्णा दी अग साड़ नहीं सकेगी। गुर का बचन बसै जी नाले, जल नहीं डूबै तस्कर नहीं लेवै, भाए ना साकै जाले। ये तीन तरह का खतरा है, पानी तो, चोरां तो और अग तो। महाराज कहते जिथे गुरु के बचन का पहरा हुंदा, जिथे नाम बाणी है उथे मनुख का आत्मक जीवन स्थिर रहिंदा है। मानक मोती नाम प्रभ उन लगे नाही सन। जिन्हां दे कोल वाहिगुरु का नाम है, बाणी का धन है, ਉਹਨੂੰ विषय विकार तृष्णा आदक ये सन नहीं ला सकते। नहीं तो ये चीज़ां साडे आत्मक जीवन नूं बर्बाद कर दिंदियां हन। मनुख दे कोल पदार्थ आ जावे ना, बहुत सारा पैसा आ जावे, अमृत वेला डुब जाता है। पदार्थां दा जल इन्ना आ गया, पदार्थां विच खचत हो गया, हुण नितनेम करना याद ही नहीं रहिंदा। अधी अधी रात तक भंगड़े पाई जाता है, पदार्थां दे जल ने डोब के रख दिता ना। अज मनुख दे कोल पदार्थ बहुत ने, आपां वेखदे हां साडे कोल सेवा नहीं रह गई। गुरु घरां विच लंगर चलदे ने, रोटियां बनाउण वाले भईए आउंदे ने, जरदा खांदे ने, तंबाकू खांदे ने, ते ये भी कोई पता नहीं उन्होंने इशनान भी किया हुंदा कि नहीं किया हुंदा। साडा अज जीवन डुब्बा पिया है, सेवा ही नहीं साडे कोल रह गई गुरु घर दी। लंगर बनाउण वाले भी वो जुत्तियां पा के लंगर बनाई जाते ने, सारियां थावां ते तुसीं जाओ जिते मर्जी, मर्यादा नहीं लंगर विच ते कोई जुत्ती पा के जा ही नहीं सकदा, पर वो पा के फिरदे ने। बनाने वाले भी उस तरह के, फिर उन्होंने बनाया होया लंगर सानू की रूहानियत देवेगा। लंगर की तो कला बड़ी वड्डी है, गुरु के प्रसाद ही बड़ी वड्डी कला है, पर आपां गुरबाणी के अनुसार वेखीए तो असीं तो बहुत पिछे रह गए हैं।
अजे शुक्र है भी जिहड़ा देग वास्ते आपां मर्यादा थोड़ी बाती रखी है, नहीं तो भी बस चले तो कोई भईया ही रख ली भी तू ही देग बना दिया कर, साडा बस चले ना। तो कई घट पैसे लै लै भाई तू ही देग बना दिया कर, सस्ता मिल गया भईया भी चलो देग भी ये बना दिया करे। सानू रब ही बचावे, गुरु बचा लवे इस तरह के कर्मां तो, क्योंकि असी सस्ता काम वेखण लग पे। ते नाले पैसे नूं फिर करना भी की है, जे आपां लंगर आप ही बनाया तो फिर पैसे कमाने का फायदा की होया? सेवा रह गई एक पासे। महाराज कहते सेवा आप करनी है। भाई गुरदास जी ने लिखिया, विन सेवा त्रिग हथ पैर होर नेभल करनी। जे तू अपने हथां पैरां नाल आप सेवा नहीं करता, गुरु घर आके तेरे हथां पैरां नूं त्रिग कार है। विन सेवा त्रिग हथ पैर होर नेभल करनी। महाराज कहते सन नहीं लगे, इत्थे तां सारा कुछ लुटिया गया। सन तां सानू की लगनी, सारा कुछ ही लुटिया गया है। जिन्हां दे कोल वाहिगुरू दा नाम धन, उन्हां नूं कदे ये विकार सन नहीं ला सकते। वो अपने आत्मक जीवन दे विच गुरु दे बचनां विच पूरे हन। सूरवीर बचन के बली, कौला बपरी संतई सली। महाराज कहते रंग सबे नारायण जेते मन पावन। जिन्ने भी रंग परमात्मा दे रंग तमाशे हो रहे ने, कोई जन्म लै रहा है, कोई मर रहा है भी तमाशा। जन्म भी तमाशा है, मरण भी तमाशा है, सारा कुछ तमाशा है, रब दे रंग ने। पर सानू दुनियावी बिरती होने करके चंगा नहीं लगता। ਜਿਹੜੇ ਗੁਰਮੁਖ ने उन्होंने ये सारी गल चंगी लगती, जो भी हो रहा है, नफा नुकसान घाटा वाधा। रंग सबे नारायण जेते मन पावन। ये सारे गुरमुखां दे मन नूं भाउंदे ने, वो रब दे रंग दे विच राजी रहिंदे ने। जिवें भी हो रहा है, ठीक हो रहा है। जन्म होया तां भी कोई पुरानी चढ़ाई कर गया तां भी वो वाहिगुरू दे रंग दे विच खुश रहिंदे ने। जो हर लोड़े सो करे सोई जी करन। ते उन्हां गुरमुखां नूं पुछिया जावे, तुहानूं इतराज नहीं है भी इदां कोई लोस होया, कोई घाटा पिया है? वो कहंदे भाई सानूं पता लग गया भी साडे वस दी गल नहीं, ये ते रब दे वस है। जो वाहिगुरू लोचदा है उही जीवां कोलों करांदा है, आपां कुछ भी नहीं कर सकते। गुरमुखां नूं ये डूंघा बड़ी डूंघी गल है, क्योंकि उपरों उपरों आपां देखांगे ते आपां कहांगे नहीं ये गल ठीक नहीं है। गुरमुख बड़ी गहरी दृष्टि में जाके वेखदा भी सारा कुछ करन वाला ओ वाहिगुरू। करन कारण प्रभ एक है, दूसर नाही कोय। नानक तिस बलिहारनै जल तल मैहर सोए। ओ वाहिगुरू निरंकार, जो हर लोड़े सो करे सोई जी करन। जो वाहिगुरू लोचदा है ਉਹੀ जीव करते ने। आम बंदा जदों तक संगत नहीं कीती, वो दूजियां दे कीते होए ते गिला करी जांदा भी इहने चंगा नहीं कीता, इहने ये नहीं कीता, इहनूं इदां नहीं करना चाहिदा सी। गुरमुख समझ लैंदा है, वो वाहिगुरू दी रजा विच आ जांदा है। जो प्रभ कीते अपने सेई कहीए धन। जिन्हां नूं वाहिगुरू ने अपना बना लिया, उन्हां नूं दुनिया विच लोक परलोक विच धन धन आखिया जांदा है। जिन्हां नूं वाहिगुरू ने अपना बना लिया, जो प्रभ कीते अपने। हुण हर कोई चाहुंदा मेरी धन धन होवे, मेरी शोभा होवे। अपने विचों दसो कोई है भी जिहड़ा चाहुंदा मेरी बदनामी होवे? आपां सारे चाहुंदे आ मेरी धन धन होवे। तां महाराज कहंदे वाहिगुरू नाल जुड़ जा। हर मन तन वसिया सोई, जय जयकार करे सब कोई। वाहिगुरू दे नाम नाल जुड़ो। जदों आपां उहदे हुकम दे विच आ गए, वो वाहिगुरू ने फिर सानू अपना बना लेना है। जदों आपां दुनियावी तौर ते वेखो, किसी बंदे दा आपां कहना मनन लग जाइए ना, रोज़ उहदा कहना मनीए, काम करिए जो कहंदा है,
तो उन्हें कहना आ जा हुण तू मेरे घर में ही रह पाई इत्थे, दूरों आना है रोज़, आ जा मैं तैनूं अपने घर में ही थां देना, इत्थे रह ते चल चली चल, जीवन जीवी जावा आनंद दे नाल। आपां वेखिआ कई बिहार तो बईए ना वो सरदारां दे घर पक्के ही रहन लग पे ने, परिवार दे समेत, फैमिली दे समेत ही, क्योंकि वो मालक दी सेवा विच लग गए, हुक्म मनन लग पे, कहंदे बंदा वधिया तू इदां कर अपना परिवार भी सद ले, इत्थे रह। तो वह उत्थे रह के अपने बच्चे भी पढ़ाई जाते हैं हुक्म मनन करके। तो जे आकड़ लग जाण वो घरों कढ़ भी देंदा भी भजो इत्थों, की लैण आए हो। इस तरह वाहिगुरू परमात्मा के हुक्म नूं जे आपां मन्नांगे, उन्हें कहना आ जा फिर इत्थे लै आनंद। तो जदों जिस मालक नाल जुड़िया होया है, जिवें इस शहर विच कोई बहुत वड्डा बंदा है, ਉਹਦੇ ਨਾਲ ਜਿਹੜਾ जुड़िया होया है, उस शहर विच जिथे भी जावेगा लोग उन्होंने नमस्कार करनगे, फलाणे दा नौकर है। उन्होंने पुछणगे हाँ भी तेरा की हाल चाल है, कहंदा भी ठीक है जी। क्यों ये ਉਹਦੀ शोभा हो रही, क्यों सत्कार हो रहा है, क्योंकि ਉਹਦੇ मालक का नां शहर विच चलदा है। तो जिहड़ा साडा मालक है ਉਹਦਾ हुक्म, ਉਹਦਾ नां तां खंडा ब्रह्मंडा विच चलदा है, वाहिगुरू दा। जे आपां ਉਹਦੇ दर दे सेवक बन जाइए तो महाराज कहते फिर लोग परलोक जिथे भी जावेगा तेरा सत्कार होवेगा। जिमें गुरबाणी विच बचन आए ने, नाम ध्यान साजना जन्म पदार्थ जीत, नानक धर्म ऐसे चवै कीतो भवन पुनीत। जिहड़ा धर्म राजा जीवां नूं फड़ फड़ सज़ा देंदा, जे रब दा प्यारे नाल उहदा मिलाप हो जे, रब दा प्यारा उहदे घर चला जावे, हथ बन के खड़ जांदा है, आओ जी मेरा घर तुसीं पवित्र कर दिता है। नाम ध्यान साजना जन्म पदार्थ जीत, नानक धर्म ऐसे चवै कीतो भवन पुनीत। मेरे घर नूं पवित्र करता है, वो भी शोभा करता है, वो भी जय जयकार करता है। महाराज कहते जिन्होंने वाहिगुरू ने अपना बना लिया उन्होंने धन कहना चाहिए है, वाह उन्होंने धन कहा जाता है। वाहिगुरू किन्हों अपना बनाता है, जो उहदे हुक्म दे विच आ जाते ने। आपन लिया जे मिलै विछड़ क्यों रोवन। दूजी गल ये भी महाराज कह रहे ने भी कोई अपने जोर नाल रब नाल संबंध नहीं जोड़ सकता, कोई अपने जोर नाल रब कोलों कुछ भी नहीं लै सकता। हाँ अरदास बेनती है, जे कोई अपना जोर करे ना, तो अज आपां वेखो जोर तो आपां धक्का रक्शे वाले ते करिए तो भी आकड़ जाता, कहता मैं तेरा की देना है। ते रब तो है सारा खंडा ब्रह्मंडा दा मालक। आपां किसी दिहाड़ीदार ते रोह पाई इहनूं कहंदा मैं नहीं तेरा काम करता, तू की कर लेंगा दस। जोर तो एक आम मूली बंदे ते नहीं चल रहा, रब ते किवें चलेगा जोर। जिहदे हथ में सारियां ताकतां ने, जेकर जोर नाल ही गल हुंदी हुंदी आपन लिया जे मिलै, जे अपने बल नाल लिया जांदा, विछड़ क्यों रोवन, तां जीव उहदे तो विछड़ के रोण क्यों। भाव के जीव दे वस विच कुछ भी नहीं है, ये गल साडे सारियां दे दिमाग विच होनी चाहिदी है, सानू समझ आनी चाहिए है। कल भी बेनती की सी, लड़ीवार कथा चल रही जो बाणी दी, कि बंदा कोई मैंबर बन जाए ना, पंचायत मैंबर, गुरुद्वारे की कमेटी का मैंबर, तो हवा तो वो भी आओ कहना मैं बड़ा कुछ कर सकता हाँ। कोई पाठी ग्रंथी बन गया किसी गुरुद्वारे, वो कहता मैं हुण बहुत वड्डा हाँ, वो आकड़ लग जाता है। असी गुरबाणी तो सेध घट लई है, शक्ति ऐसी है ना बंदे को आ जाए, बंदा कहता हुण मैं कर सकदा, ये कुछ कर सकदा हाँ। कोई MLA बन गया, कोई मंत्री बन गया, वो फिर आकड़न लग जाता है भी हुण मैं कुछ बन गया हाँ, मैं बहुत कुछ कर सकदा हाँ, मेरी चलदी है। महाराज कहते भाई आपन लिया जे मिलै विछड़ क्यों रोवन। वाहिगुरू परमात्मा ते साडा जोर नहीं चलता, उत्थे सदा निभ के रहीए,
ਸਾਡੇ ਵਸ ਦੇ ਵਿੱਚ ਕੁਝ ਵੀ ਨਹੀਂ ਹੈ। ਵਾਹਿਗੁਰੂ ਤੇਰੀ ਬਖਸ਼ਿਸ਼ ਦੇ ਨਾਲ ਕੋਈ ਸ਼ਕਤੀ ਮਿਲੀ, ਪਦਵੀ ਮਿਲੀ ਹੈ, ਕੁਝ ਵੀ ਮਿਲਿਆ ਹੈ, ਘਰ ਮਿਲਿਆ ਹੈ, ਪਦਾਰਥ ਮਿਲਿਆ ਹੈ, ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰ। ਹੇ ਵਾਹਿਗੁਰੂ ਇਹ ਤੂੰ ਕਿਰਪਾ ਕੀਤੀ, ਦੇ ਦਿੱਤਾ ਮੈਨੂੰ ਤਰਸ ਕਰਕੇ। ਜੇ ਆਪਣੇ ਜ਼ੋਰ ਨਾਲ ਹੀ ਬੰਦਾ ਲੈਂਦਾ ਹੋਵੇ, ਦੁਨੀਆ ਵਿੱਚ ਕੋਈ ਬੰਦਾ ਨਿਰਸੰਤਾਨ ਨਾ ਹੋਵੇ, ਦੁਨੀਆ ਵਿੱਚ ਸਾਰਿਆਂ ਕੋਲ ਸੰਤਾਨ ਹੋਵੇ। ਜੇ ਆਪਣੇ ਬਲ ਨਾਲ ਹੀ ਕੋਈ ਲੈਂਦਾ ਹੋਵੇ, ਸਾਰੇ ਕੋਠੀਆਂ ਗੱਡੀਆਂ ਕਾਰਾਂ ਦੇ ਮਾਲਕ ਹੋਣ, ਕਿਉਂਕਿ ਕਿਹੜਾ ਬੰਦਾ ਗਰੀਬ ਰਹੇਗਾ। ਜੇ ਆਪਣਾ ਜ਼ੋਰ ਹੀ ਚੱਲਦਾ ਹੋਵੇ, ਕੋਈ ਬੰਦਾ ਬਿਮਾਰ ਵੀ ਨਾ ਹੋਵੇ, ਵੱਡੇ ਤੋਂ ਵੱਡਾ ਰੋਗ ਹੋਵੇ, ਬੰਦਾ ਆਪਣੇ ਜ਼ੋਰ ਨਾਲ ਠੀਕ ਕਰ ਸਕਦਾ ਹੋਵੇ ਤੇ ਕਰ ਲਵੇਗਾ, ਕੋਈ ਗੱਲ ਨਹੀਂ, ਫਿਰ ਕੀ ਰੋਗ ਲੱਗ ਗਿਆ ਹੈ। ਸਾਰਾ ਕੁਝ ਉਸ ਮਾਲਕ ਦੇ ਹੱਥ ਵਿੱਚ ਹੈ, ਉਹਦੀ ਕਿਰਪਾ ਨਾਲ ਹੀ ਮਿਲਦਾ ਹੈ। ਪਰ ਸਾਨੂੰ ਮਿਲ ਗਿਆ, ਅਸੀਂ ਹੰਕਾਰ ਕਰਨ ਲੱਗ ਜਾਂਦੇ ਹਾਂ, ਨਹੀਂ ਜੀ ਮੈਂ ਤੇ ਬੜੇ ਚੰਗੇ ਕਰਮਾਂ ਵਾਲਾ ਹਾਂ। ਮਹਾਰਾਜ ਕਹਿੰਦੇ ਨਹੀਂ, ਤੇਰੇ ਤੋਂ ਬੜੇ ਚੰਗੇ ਕਰਮਾਂ ਵਾਲੇ ਹੋਰ ਪਏ ਨੇ, ਪਰ ਨਹੀਂ ਮਿਲਿਆ, ਕਿਉਂਕਿ ਕਿਰਪਾ ਨਹੀਂ ਹੋਈ ਉਹਦੀ। ਸ੍ਰੀ ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੋ, 6ਵੀਂ ਅਸ਼ਟਪਦੀ ਵਿੱਚ ਮਹਾਰਾਜ ਇਹੀ ਦੱਸਦੇ ਨੇ, ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ ਤੇ ਠਾਕੁਰ ਕੋ ਰਖ ਮਨ ਮਾਏ। ਉੱਥੇ ਮਹਾਰਾਜ ਸਾਰਾ ਦੱਸਿਆ ਵੀ ਸਾਰਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਚੱਲ ਰਿਹਾ ਹੈ, ਤੈਨੂੰ ਜੋ ਕੁਝ ਮਿਲਿਆ ਹੈ। ਨਹੀਂ ਜੇ ਉਹਦੀ ਕਿਰਪਾ ਨਾ ਹੁੰਦੀ ਫਿਰ ਨਹੀਂ, ਪਰ ਆਪਾਂ ਉਹਦਾ ਹੰਕਾਰ ਕਰਨ ਲੱਗ ਜਾਂਦੇ ਆ, ਨਹੀਂ ਮੈਂ ਬੜਾ ਜ਼ੋਰ ਲਾਇਆ ਤਾਂ ਘਰ ਬਣਾਇਆ, ਮੈਂ ਕੀਤਾ, ਮੈਂ ਉਹ ਕੀਤਾ। ਆਪਣ ਲਿਆ ਜੇ ਮਿਲੈ, ਜੇ ਆਪਣਾ ਲਿਆ ਹੋਇਆ ਹੀ ਮਿਲਦਾ ਹੁੰਦਾ, ਵਿਛੜ ਕਿਉਂ ਰੋਵਨ, ਤਾਂ ਜੀਵ ਰੱਬ ਤੋਂ ਵਿਛੜ ਕੇ ਰੋਂਦੇ ਹੀ ਕਿਉਂ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ। ਰੂਹਾਨੀਅਤ ਦਾ ਰੰਗ ਵਾ ਦੁਨੀਆ ਦਾ ਸਭ ਕੁਝ ਦਾ ਰੰਗ ਕੌਣ ਮਾਣਦੇ ਨੇ? ਜਿਨ੍ਹਾਂ ਨੂੰ ਗੁਰੂ ਦਾ ਸੰਗ ਮਿਲ ਗਿਆ। ਉਹ ਸਰੀਰਕ ਜੀਵਨ ਦਾ ਵੀ ਲਾਹਾ ਲੈਂਦੇ ਨੇ, ਸੰਸਾਰ ਦੇ ਪਦਾਰਥਾਂ ਦਾ ਵੀ ਲਾਹਾ ਲੈਂਦੇ ਨੇ, ਔਰ ਰੂਹਾਨੀਅਤ ਦਾ ਵੀ ਲਾਹਾ ਲੈਂਦੇ ਨੇ। ਜਿਨ੍ਹਾਂ ਨੂੰ ਗੁਰੂ ਦਾ ਸੰਗ ਮਿਲ ਗਿਆ, ਸਾਧੂ ਸੰਗ ਪ੍ਰਾਪਤੇ। ਆਪਾਂ ਵੀ ਗੁਰੂ ਕੋਲ ਆਉਂਦੇ ਹਾਂ, ਪਰ ਅਜੇ ਸਾਨੂੰ ਗੁਰੂ ਦਾ ਸੰਗ ਮਿਲਿਆ ਕੋਈ ਨਹੀਂ ਹੈ। ਗੁਰੂ ਕੋਲ ਬੈਠਣਾ ਕੁਝ ਹੋਰ ਗੱਲ ਹੈ, ਗੁਰੂ ਨਾਲ ਸੰਗ ਹੋ ਜਾਣਾ ਕੁਝ ਹੋਰ ਗੱਲ ਹੈ, ਗੁਰੂ ਦੇ ਨਾਲ ਮਿਲਾਪ ਹੋ ਜਾਣਾ ਕੁਝ ਹੋਰ ਗੱਲ ਹੈ। ਜਿਵੇਂ ਬੱਸ ਵਿੱਚ ਸਫ਼ਰ ਕਰ ਰਹੇ ਹੁੰਦੇ ਨੇ, ਗੱਡੀ ਵਿੱਚ, ਟ੍ਰੇਨ ਵਿੱਚ ਜਾਂ ਏਅਰਪਲੇਨ ਦੇ ਵਿੱਚ, ਬੜੀ ਦੁਨੀਆ ਹੁੰਦੀ, ਸੰਗ ਤਾਂ ਉਹ ਵੀ ਹੁੰਦਾ ਹੈ, ਪਰ ਉਹਦੇ ਵਿੱਚ ਜਿਹੜਾ ਕੋਈ ਆਪਣਾ ਬੈਠਾ ਹੁੰਦਾ ਹੈ ਨਾ, ਉਹ ਅਸਲ ਵਿੱਚ ਹੁੰਦਾ ਕਿ ਉਹਦੇ ਨਾਲ ਬੰਦਾ ਬੈਠਾ ਆਪਣਾ ਦੁੱਖ ਸੁੱਖ ਗੱਲ ਸਾਂਝੀ ਕਰਦਾ ਹੈ। ਤੇ ਸੰਗ ਵਿੱਚ ਤਾਂ ਬਹੁਤ ਹੁੰਦੇ ਨੇ ਉੱਥੇ, ਪਰ ਜਿਹੜਾ ਅਸਲ ਸੰਗੀ ਹੁੰਦਾ ਉਹ ਨਾਲ, ਜਿਹਦੇ ਨਾਲ ਪਿਆਰ ਹੁੰਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਦਾ ਗੁਰੂ ਨਾਲ ਪਿਆਰ, ਜਿਨ੍ਹਾਂ ਨੂੰ ਇਸ ਤਰ੍ਹਾਂ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਹੈ, ਉਹ ਫਿਰ ਰੰਗ ਮਾਣਦੇ ਨੇ। ਹਵਾਈ ਜਹਾਜ਼ ਦਾ ਸਫ਼ਰ ਕਰ ਰਹੇ ਨੇ, ਮਿੱਤਰ ਬੈਠੇ ਨੇ, ਗੱਲਾਂ ਕਰਦੇ ਜਾ ਰਹੇ ਨੇ, ਬੜੇ ਖੁਸ਼ ਨੇ। ਉਹਨਾਂ ਨੂੰ ਹਵਾਈ ਜਹਾਜ਼ ਦਾ ਸਫ਼ਰ ਰੰਗ ਮਾਣ ਰਹੇ ਨੇ, ਉਹਦਾ ਆਨੰਦ ਲੈ ਰਹੇ ਨੇ। ਟ੍ਰੇਨ ਵਿੱਚ ਬੈਠੇ ਨੇ ਤਾਂ ਆਨੰਦ ਮਾਣ ਰਹੇ ਨੇ, ਗੱਲਾਂ ਬਾਤਾਂ ਕਰਦੇ ਜਾ ਰਹੇ ਨੇ। ਬੱਸ ਵਿੱਚ ਬੈਠੇ ਨੇ ਤਾਂ, ਗੱਡੀ ਵਿੱਚ ਬੈਠੇ ਨੇ ਤਾਂ, ਪਰ ਮਿੱਤਰਤਾ ਨਹੀਂ ਹੈ ਤੇ ਭਾਵੇਂ ਜਾ ਰਹੇ ਨੇ, ਕਿਸੇ ਨੂੰ ਕੋਈ ਬੁਲਾ ਹੀ ਨਹੀਂ ਰਿਹਾ, ਉਹ ਸਫ਼ਰ ਦਾ ਆਨੰਦ ਨਹੀਂ ਹੈ। ਇਸੇ ਤਰ੍ਹਾਂ ਜਦੋਂ ਆਪਾਂ ਇਹ ਜੀਵਨ ਜੀ ਰਹੇ ਹਾਂ, ਜਦੋਂ ਸਾਡੀ ਗੁਰੂ ਨਾਲ ਮਿੱਤਰਤਾ ਬਣ ਗਈ, ਤਾਂ ਇਹ ਰੋਜ਼ ਦੇ ਜੀਵਨ ਦਾ ਸਫ਼ਰ ਆਨੰਦਮਈ ਬਣ ਜਾਵੇਗਾ। ਰੋਜ਼ ਬਾਣੀ ਪੜ੍ਹਾਂਗੇ, ਗੁਰੂ ਨਾਲ ਗੱਲਾਂ ਕਰਦੇ ਜੀਵ ਰਹੇ ਹਾਂ ਨਾ, ਤਾਂ ਇਹ ਜੀਵਨ ਹਰ ਇੱਕ ਛਿਨ ਆਨੰਦ ਨਾਲ ਬਤੀਤ ਹੋਵੇਗਾ। ਪਰ ਜੇ ਗੁਰੂ ਨਾਲ ਨਹੀਂ ਮਿਲੇ, ਮਿੱਤਰਤਾ ਨਹੀਂ ਬਣੀ, ਤੇ ਰੋਂਦਿਆਂ ਕਲਪਦਿਆਂ ਹੀ ਉਦਾਸ ਚਿਹਰੇ ਨਾਲ ਹੀ ਸਫ਼ਰ ਤੈਅ ਕਰਨਾ ਪਵੇਗਾ। ਤੋ ਪਾਤਸ਼ਾਹ ਫਰਮਾਨ ਕਰ ਰਹੇ ਨੇ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਇਹ ਜੇਠ ਦਾ ਮਹੀਨਾ ਭਾਵੇਂ ਅੱਤ ਦੀ ਗਰਮੀ ਵਾਲਾ ਹੈ, ਪਰ ਉਹਨਾਂ ਵਾਸਤੇ ਰੰਗੀਲਾ ਹੈ, ਭਾਵ ਖੁਸ਼ੀਆਂ ਭਰਿਆ ਹੈ, ਆਨੰਦ ਭਰਿਆ ਹੈ, ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ਟ ਭਾਗ ਹਨ। ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਹੈ, ਜਿਹਦੇ ਕੋਲ ਧਨ ਹੈ ਨਾ, ਬਹੁਤ ਪੈਸਾ ਹੈ, ਉਹਨੂੰ ਇਹ ਗਰਮੀ ਕੀ ਆਖੇ। ਉਹਦੇ ਘਰ ਵੀ ਏਸੀ ਲੱਗੇ ਨੇ, ਉਹਦੇ ਦਫ਼ਤਰ ਵਿੱਚ ਵੀ, ਉਹਦੀ ਗੱਡੀ ਵੀ ਏਸੀ ਹੈ ਸਾਰੀ,
ਖਾਣ ਨੂੰ ਪਦਾਰਥ ਨੇ ਵਧੀਆ ਵਧੀਆ ਠੰਡੇ, ਉਹਦੇ ਵਾਸਤੇ ਜਿੰਨੀ ਮਰਜ਼ੀ ਗਰਮੀ ਪਈ ਜਾਵੇ। ਗਰਮੀ ਤੇ ਤੰਗ ਕਰੇਗੀ ਗਰੀਬ ਨੂੰ, ਕੰਗਾਲ ਨੂੰ, ਭਿਖਾਰੀ ਨੂੰ। ਇਸੇ ਤਰ੍ਹਾਂ ਇਹ ਦੁਨੀਆ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਗਰਮੀ, ਤ੍ਰਿਸ਼ਨਾ ਦੀ, ਹੋਮੈ ਦੀ ਅੱਗ ਉਹਨਾਂ ਨੂੰ ਸਾੜੇਗੀ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਨਹੀਂ ਹੈ। ਜਿਨ੍ਹਾਂ ਦੇ ਕੋਲ ਨਾਮ ਦਾ ਧਨ ਹੈ, ਬਾਣੀ ਦਾ ਧਨ ਹੈ, ਉਹਨਾਂ ਨੂੰ ਦੁਨੀਆ ਦੀ ਹੋਮੈ, ਤ੍ਰਿਸ਼ਨਾ, ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਸਾੜ ਨਹੀਂ ਸਕਦੀ। ਭਾਵੇਂ ਚਾਰੇ ਪਾਸੇ ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ ਦੁਨੀਆ ਦੇ ਵਿੱਚ, ਦੁਨੀਆ ਸੜ ਰਹੀ ਹੈ, ਪਰ ਜੋ ਨਾਮ ਨਾਲ ਜੁੜੇ ਹੋਏ ਨੇ ਉਹ ਇਸ ਤੋਂ ਬਚ ਕੇ ਰਹਿੰਦੇ ਨੇ ਤੇ ਅਰਦਾਸ ਵੀ ਕਰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਉਵਾਰ, ਸਤਿਗੁਰ ਸੁਖ ਬਖਾਲਿਆ। ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝਈ, ਹਰ ਬਿਨ ਬਖਸ਼ਣਹਾਰ। ਸੋ ਗੁਰਮੁਖੋ ਬਾਣੀ ਦੇ ਨਾਲ ਜੁੜੀਏ। ਭਾਵੇਂ ਤੁਸੀਂ ਆਪਣਾ ਥੋੜ੍ਹਾ ਜਿਹਾ ਨੇਮ ਬਣਾ ਲਓ, ਇੱਕ ਸਮਾਂ ਬਣਾ ਲਓ। ਜਿਵੇਂ ਦੇਖੋ ਬੱਚੇ ਸਕੂਲ ਵਿੱਚ ਜਾਂਦੇ ਨੇ, ਉਹਨਾਂ ਦਾ ਇੱਕ ਸਮਾਂ ਹੁੰਦਾ ਹੈ ਸਕੂਲ ਵਿੱਚ ਜਾਣ ਦਾ। ਇਹ ਤਾਂ ਨਹੀਂ ਵੀ ਬੱਚਾ ਕਦੀ 8 ਵਜੇ ਜਾ ਰਿਹਾ, ਕਦੀ 7 ਵਜੇ, ਕਦੀ 10 ਵਜੇ, ਕਦੀ 12 ਵਜੇ, ਇੱਦਾਂ ਜਾਂਦੇ ਕਦੀ ਬੱਚੇ। ਜਿਹੜਾ ਬੱਚਾ ਇੱਕ ਟਾਈਮ ਸਕੂਲ ਦਾ ਜੋ ਬੱਝਾ ਹੈ ਉਸ ਟਾਈਮ ਜਾਂਦਾ ਹੈ, ਪੜ੍ਹਾਈ ਕਰਦਾ ਹੈ, ਭਾਵੇਂ ਥੋੜ੍ਹਾ ਹੀ ਪੜ੍ਹਨ ਲੱਗ ਜਾਵੇ, ਕਮ ਸੇ ਕਮ ਬਹੁਤੇ ਨੰਬਰ ਨਹੀਂ ਲਏਗਾ, ਪਾਸ ਤੇ ਹੋ ਜਾਵੇਗਾ। ਜੇ ਇੱਕ ਨੇਮ ਨਾਲ ਜਾ ਰਿਹਾ ਹੈ ਤੇ ਥੋੜ੍ਹਾ ਵੀ ਪੜ੍ਹਨ ਲੱਗ ਜਾਵੇ, ਪਾਸ ਹੋ ਜਾਵੇਗਾ, ਕਿਸੇ ਮਕਾਮ ਤੇ ਪਹੁੰਚ ਜਾਵੇਗਾ। ਤੁਸੀਂ ਬਹੁਤਾ ਜਪ ਤਪ ਨਹੀਂ ਕਰ ਸਕਦੇ, ਇੱਕ ਨੇਮ ਬਣਾ ਲਓ, ਭਾਵੇਂ ਇਕੱਲਾ ਜਪਜੀ ਸਾਹਿਬ ਦਾ ਹੀ ਪਾਠ ਕਰ ਲਿਆ ਕਰੋ। ਇੱਕ ਨੇਮ ਬਣਾ ਕੇ ਚਲੋ ਵੀ ਇਸ ਟਾਈਮ ਤੇ ਮੈਂ ਆਪਣਾ ਨੇਮ ਕਰਨਾ ਹੀ ਕਰਨਾ ਹੈ, ਤਾਂ ਇੱਕ ਦਿਨ ਗੁਰੂ ਦੀ ਬਖਸ਼ਿਸ਼ ਜ਼ਰੂਰ ਹੁੰਦੀ ਹੈ। ਸਤਿਗੁਰੂ ਮਿਹਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਆਪਾਂ ਸਾਰੇ ਕਮਾ ਸਕੀਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।